ਮੈਂ 15 ਸਾਲ ਦੀ ਸੀ। ਮੈਂ ਆਪਣੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ। ਮੇਰੇ ਬਹੁਤ ਵੱਡੇ ਸੁਪਨੇ ਸਨ, ਬਹੁਤ ਉੱਚੇ ਸੁਪਨੇ ਸਨ ਕਿ ਮੈਂ ਪੜ੍ਹ ਲਿਖ ਕੇ ਇਹ ਕਰਾਂਗੀ, ਉਹ ਕਰਾਂਗੀ, ਜਾਂ ਤਾਂ ਡਾਕਟਰ ਬਣਾਂਗੀ ਜਾਂ ਅਧਿਆਪਕ ਬਣਾਂਗੀ। ਪਰ ਮੇਰੀ ਕਿਸਮਤ ਨੇ ਮੇਰਾ ਫੈਸਲਾ ਇੰਨੀ ਜਲਦੀ ਕਰ ਦਿੱਤਾ ਸੀ ਕਿ ਮੈਂ ਜਿੰਨਾ ਹੈਰਾਨ ਹੁੰਦੀ ਓਨਾ ਘੱਟ ਸੀ। ਇਸ ਵਿਆਹ ਵਿੱਚ ਸਿਰਫ ਮੇਰੇ ਪਿਤਾ ਹੀ ਸ਼ਾਮਲ ਸਨ ਅਤੇ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਵੈਸੇ ਵੀ ਮੇਰਾ ਕਿਹੜਾ ਵਿਆਹ ਮੇਰੀ ਖੁਸ਼ੀ ਅਤੇ ਮੇਰੀ ਆਗਿਆ ਨਾਲ ਬਹੁਤ ਚੰਗੇ ਬੰਦੇ ਨਾਲ ਹੋ ਰਿਹਾ ਸੀ ਜੋ ਜ਼ਿਆਦਾ ਲੋਕ ਆਉਂਦੇ। ਮੇਰਾ ਹੋਣ ਵਾਲਾ ਪਤੀ ਬਹੁਤ ਬਿਮਾਰ ਅਤੇ ਪਾਗਲ ਵਿਅਕਤੀ ਸੀ ਜਿਸ ਨੂੰ ਵਿਆਹ ਵਾਲੇ ਦਿਨ ਹੀ ਜੰਜੀਰਾਂ ਨਾਲ ਬੰਨ੍ਹਿਆ ਹੋਇਆ ਸੀ ਜੋ ਫੇਰੇ ਸਮੇਂ ਖੋਲੀਆਂ ਗਈਆਂ ਸਨ। ਮੈਂ ਇਸ ਵਿਆਹ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਮੈਂ ਬਹੁਤ ਬੇਵੱਸ ਹੋ ਗਈ ਅਤੇ ਮੈਨੂੰ ਇਸ ਵਿਆਹ ਲਈ ਹਾਂ ਕਰਨੀ ਪਈ। ਅਤੇ ਕਿੱਥੇ ਮੈਂ 15 ਸਾਲ ਦੀ ਕੁੜੀ ਅਤੇ ਕਿੱਥੇ ਉਹ 50 ਸਾਲ ਦਾ ਪਾਗਲ ਵਿਅਕਤੀ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਅੱਜ ਉਸ ਦਾ ਵਿਆਹ ਹੈ। ਕੁਝ ਸਮੇਂ ਬਾਅਦ ਮੈਨੂੰ ਦੁਲਹਨ ਬਣਾ ਕੇ ਬਾਹਰ ਬਿਠਾਇਆ ਗਿਆ ਅਤੇ ਉਸ ਪਾਗਲ ਵਿਅਕਤੀ ਨੂੰ ਵੀ ਲਿਆ ਕੇ ਮੇਰੇ ਕੋਲ ਬਿਠਾ ਦਿੱਤਾ ਜੋ ਬੱਚਿਆਂ ਵਾਂਗ ਹੱਸ ਰਿਹਾ ਸੀ ਅਤੇ ਹੱਥਾਂ ਨਾਲ ਤਾੜੀਆਂ ਮਾਰਿਆ ਕਿ ਅੱਜ ਮੇਰਾ ਵਿਆਹ ਹੈ। ਕੁਝ ਦੇਰ ਬਾਅਦ ਪੰਡਿਤ ਜੀ ਵੀ ਉੱਥੇ ਆ ਗਏ ਅਤੇ ਸਾਨੂੰ ਜੈਮਾਲਾ ਲਈ ਖੜਾ ਕੀਤਾ ਗਿਆ। ਮੈਂ ਇੱਕ ਵਾਰ ਇੱਧਰ ਉੱਧਰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਿਆ ਪਰ ਕੋਈ ਹਮਦਰਦ ਨਹੀਂ ਸੀ। ਮੈਂ ਮੁੜ ਕੇ ਨੀਵੀਂ ਪਾ ਲਈ। ਸਾਡੇ ਵਰਗੇ ਗਰੀਬਾਂ ਨਾਲ ਚਮਤਕਾਰ ਕਿੱਥੇ ਹੁੰਦੇ ਹਨ। ਇਸ ਦੇ ਬਾਵਜੂਦ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੀ ਸੀ ਕਿ ਕੋਈ ਨਾ ਕੋਈ ਰਸਤਾ ਮਿਲ ਜਾਵੇ ਤਾਂ ਜੋ ਮੈਨੂੰ ਵਿਆਹ ਨਾ ਕਰਨਾ ਪਵੇ ਜਾਂ ਕੁਝ ਮਾੜਾ ਵਾਪਰ ਜਾਵੇ ਤਾਂ ਜੋ ਵਿਆਹ ਹੀ ਰੁਕ ਜਾਵੇ। ਪਰ ਅੱਜ ਇਹਨਾਂ ਦੋਹਾਂ ਅਰਦਾਸਾਂ ਦੇ ਪੂਰਨ ਹੋਣ ਦੇ ਹਾਲਾਤ ਨਜ਼ਰ ਨਹੀਂ ਆਏ। ਮੇਰੇ ਪਿਤਾ ਜੀ ਸਮੇਂ ਤੋਂ ਪਹਿਲਾਂ ਹੀ ਉੱਥੇ ਆ ਗਏ ਸਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਬੈਠਾ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਅਤੇ ਉਹਨਾਂ ਤੋਂ ਨਫ਼ਰਤ ਵੀ ਹੋ ਰਹੀ ਸੀ ਕਿਉਂਕਿ ਇਸ ਸਭ ਦੇ ਜ਼ਿੰਮੇਵਾਰ ਮੇਰੇ ਪਾਪਾ ਸੀ। ਉਸ ਨੂੰ ਕੋਈ ਚਿੰਤਾ ਜਾਂ ਅਹਿਸਾਸ ਨਹੀਂ ਸੀ ਕਿ ਉਸ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਜਦੋਂ ਪੰਡਿਤ ਜੀ ਨੇ ਮੈਨੂੰ ਜੈਮਾਲਾ ਕਰਨ ਲਈ ਕਿਹਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਇੱਕ ਸ਼ਰਤ ਹੈ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਭਰਾ ਲਈ ਹਾਂ ਕਹਾਂਗੀ। ਲਾੜੇ ਦੇ ਭਰਾ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਇਸ ਸਮੇਂ ਤੁਸੀਂ ਕੋਈ ਵੀ ਸ਼ਰਤ ਮਨਾਉਣ ਦੀ ਸਥਿਤੀ ਵਿੱਚ ਨਹੀਂ ਹੋ ਪਰ ਫਿਰ ਵੀ ਅਸੀਂ ਤੁਹਾਡੇ ਲਈ ਉਹ ਸਭ ਕੁਝ ਕਰਾਂਗੇ ਜੋ ਤੁਸੀਂ ਚਾਹੁੰਦੇ ਹੋ। ਦੱਸੋ ਤੁਹਾਡੀਆਂ ਸ਼ਰਤਾਂ ਕੀ ਹਨ। ਮੇਰੀ ਸ਼ਰਤ ਬਿਲਕੁਲ ਵੀ ਮੰਨਣ ਦੇ ਲਾਇਕ ਨਹੀਂ ਸੀ ਪਰ ਮੈਨੂੰ ਵੀ ਆਪਣੇ ਪਿਤਾ ਵਾਂਗ ਬੇਸ਼ਰਮ ਹੋਣਾ ਪਿਆ। ਫਿਰ ਮੈਂ ਆਪਣੀ ਸ਼ਰਤ ਦੱਸੀ ਅਤੇ ਕਿਹਾ ਕਿ ਮੇਰਾ ਵਿਆਹ ਉਦੋਂ ਹੀ ਹੋਵੇਗਾ ਜਦੋਂ ਮੇਰੇ ਪਿਤਾ ਜੀ ਇੱਥੇ ਨਹੀਂ ਹੋਣਗੇ। ਇਸ ਨੂੰ ਇੱਥੋਂ ਧੱਕੇ ਦੇ ਕੇ ਕੱਢ ਦਿਓ। ਉੱਥੇ ਇੱਕ ਪਲ ਲਈ ਚੁੱਪ ਛਾ ਗਈ। ਮੇਰੇ ਪਿਤਾ ਜੀ ਦਾ ਚਿਹਰਾ ਫਿੱਕਾ ਪੈ ਗਿਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਆਪਣੀ ਹੀ ਧੀ ਤੋਂ ਇੰਨੀ ਸਖਤੀ ਦਾ ਸਾਹਮਣਾ ਕਰਨਾ ਪਵੇਗਾ। ਬੇਇੱਜ਼ਤੀ ਕਾਰਨ ਉਸ ਦਾ ਚਿਹਰਾ ਲਾਲ ਹੋ ਗਿਆ ਸੀ। ਉੱਥੇ ਮੌਜੂਦ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਮੈਂ ਇਸ ਹੱਦ ਤੱਕ ਕੁਝ ਕਹਿ ਸਕਦੀ ਹਾਂ। ਜੇਕਰ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਉੱਥੇ ਹੋਰ ਵੀ ਸਖਤ ਸ਼ਰਤ ਰੱਖ ਦਿੰਦੀ ਅਤੇ ਉਸ ਦੇ ਨਾਲ ਉਹ ਕੁਝ ਕਰਦੀ ਜਿਸ ਕਾਰਨ ਮੈਂ ਅੱਜ ਇਹ ਸਭ ਝੱਲਣ ਲਈ ਮਜਬੂਰ ਹਾਂ। ਉੱਥੇ ਮੌਜੂਦ ਹਰ ਕੋਈ ਸੋਚਣ ਲੱਗਾ ਕਿ ਇੱਕ ਧੀ ਆਪਣੇ ਪਿਤਾ ਦੇ ਖਿਲਾਫ ਇੰਨੀ ਵੱਡੀ ਹਰਕਤ ਕਿਵੇਂ ਕਰ ਸਕਦੀ ਹੈ ਪਰ ਮੈਂ ਇਸ ਸ਼ਰਤ ਤੇ ਵਿਆਹ ਲਈ ਰਾਜੀ ਹੋ ਗਈ। ਮੇਰੇ ਪਾਗਲ ਪਤੀ ਨੂੰ ਕੁਝ ਵੀ ਪਤਾ ਨਹੀਂ ਸੀ। ਫਿਰ ਉਸ ਦੇ ਭਰਾ ਨੇ ਉੱਠ ਕੇ ਮੇਰੇ ਪਿਤਾ ਨੂੰ ਕਿਹਾ ਕਿ ਤੁਹਾਨੂੰ ਇੱਥੋਂ ਹੁਣ ਜਾਣਾ ਪਵੇਗਾ, ਸ਼ਰਤ ਪੂਰੀ ਹੋ ਜਾਵੇਗੀ। ਮੈਂ ਇਹ ਸਭ ਕੁਝ ਖਾਸ ਮਕਸਦ ਲਈ ਕੀਤਾ ਸੀ ਕਿ ਸ਼ਾਇਦ ਮੇਰੇ ਪਿਤਾ ਜੀ ਬਦਲ ਜਾਣ ਜਾਂ ਉਹਨਾਂ ਦਾ ਦਿਲ ਬਦਲ ਜਾਵੇ ਅਤੇ ਉਸ ਦੇ ਦਿਲ ਵਿੱਚ ਮੇਰੇ ਲਈ ਹਮਦਰਦੀ ਅਤੇ ਪਿਆਰ ਜਾਗ ਜਾਵੇ ਤਾਂ ਉਹ ਮੈਨੂੰ ਇਹ ਵਿਆਹ ਤੋਂ ਬਚਾ ਲਵੇ। ਪਰ ਅਜਿਹਾ ਕੁਝ ਨਹੀਂ ਹੋ ਸਕਿਆ ਅਤੇ ਉਹ ਚੁੱਪਚਾਪ ਉੱਥੋਂ ਚਲੇ ਗਏ। ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਤੋਂ ਪਹਿਲਾਂ ਕਿ ਮੈਂ ਜੈਮਾਲਾ ਕਰਦੀ ਜਿਵੇਂ ਰੱਬ ਦਾ ਕੋਈ ਚਮਤਕਾਰ ਹੋਵੇ। ਅਚਾਨਕ ਦਰਵਾਜ਼ਾ ਖੁੱਲਿਆ ਅਤੇ ਮੇਰੀ ਮਾਂ ਤੂਫਾਨ ਵਾਂਗ ਅੰਦਰ ਆਈ। ਮੇਰੀ ਮਾਂ ਨੇ ਮੈਨੂੰ ਬੜੀ ਹੈਰਾਨੀ ਨਾਲ ਦੁਲਹਨ ਦੇ ਰੂਪ ਵਿੱਚ ਦੇਖਿਆ। ਮੈਨੂੰ ਪਤਾ ਸੀ ਕਿ ਉਸ ਸਮੇਂ ਉਸ ਦੇ ਦਿਲ ਦੇ ਵੀ ਟੁਕੜੇ ਟੁਕੜੇ ਹੋ ਗਏ ਹੋਣਗੇ ਅਤੇ ਹੋਰਾਂ ਮਾਵਾਂ ਵਾਂਗ ਮੇਰੀ ਮਾਂ ਦੀ ਵੀ ਖੁਆਇਸ਼ ਸੀ ਕਿ ਮੈਂ ਵੀ ਆਪਣੇ ਹੱਥਾਂ ਨਾਲ ਆਪਣੀ ਧੀ ਨੂੰ ਸਜਾ ਕੇ ਵਿਦਾ ਕਰਾਂ। ਪਰ ਕਿਸਮਤ ਮੈਨੂੰ ਉਸ ਮੋੜ ਤੇ ਲੈ ਆਈ ਸੀ। ਉਹਨਾਂ ਨੂੰ ਸ਼ਾਇਦ ਹੁਣ ਪਤਾ ਲੱਗਿਆ ਸੀ। ਮੇਰਾ ਪਾਗਲ ਪਤੀ ਮੇਰੀ ਮਾਂ ਨੂੰ ਦੇਖ ਕੇ ਤਾੜੀਆਂ ਵਜਾਉਣ ਲੱਗ ਪਿਆ ਅਤੇ ਉਸ ਦੇ ਪੈਰਾਂ ਕੋਲ ਬੈਠ ਗਿਆ। ਮੇਰੀ ਮਾਂ ਆਪਣੇ ਨਾਲ ਪੁਲਿਸ ਲੈ ਕੇ ਆਈ ਸੀ। ਮੈਂ ਭੱਜ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ ਅਤੇ ਪੁਲਿਸ ਨੇ ਉੱਥੇ ਮੌਜੂਦ ਸਾਰਿਆਂ ਨੂੰ ਹੱਥਕੜੀ ਲਗਾਉਣੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਹਰ ਕੋਈ ਡਰ ਗਿਆ ਕਿਉਂਕਿ ਇਹ ਉਹਨਾਂ ਦੀ ਸੋਚ ਤੋਂ ਬਿਲਕੁਲ ਵੱਖਰਾ ਸੀ। ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਕੁਝ ਹੋਵੇਗਾ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ
ਕਿ ਮੇਰੀ ਮਾਂ ਮੈਨੂੰ ਬਚਾ ਲਵੇ। ਅਚਾਨਕ ਲਾੜੇ ਦਾ ਭਰਾ ਮੇਰੀ ਮਾਂ ਕੋਲ ਗਿਆ ਅਤੇ ਨਰਮੀ ਨਾਲ ਕਹਿਣ ਲੱਗਾ ਕਿ ਜੇਕਰ ਤੁਸੀਂ ਇਸ ਗ੍ਰਿਫਤਾਰੀ ਨੂੰ ਹੁਣੇ ਨਾ ਰੋਕਿਆ ਤਾਂ ਪਿਛਲੀਆਂ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਆ ਜਾਣਗੀਆਂ। ਤੁਸੀਂ ਆਪਣੀ ਧੀ ਨੂੰ ਦੱਸੋ ਕਿ ਤੁਹਾਡਾ ਅਤੇ ਮੇਰਾ ਪਹਿਲਾਂ ਬਹੁਤ ਡੂੰਘਾ ਰਿਸ਼ਤਾ ਸੀ। ਤੁਸੀਂ ਆਪਣੀ ਧੀ ਦਾ ਵਿਆਹ ਰੋਕ ਤਾਂ ਦਿੱਤਾ ਹੈ, ਪਰ ਜੇਕਰ ਹੁਣੇ ਤੁਸੀਂ ਪੁਲਿਸ ਨੂੰ ਵਾਪਸ ਨਾ ਭੇਜਿਆ ਤਾਂ ਤੁਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਮੈਂ ਤੁਹਾਡੇ ਧੀ ਨੂੰ ਤੁਹਾਡੇ ਬਾਰੇ ਕੀ ਦੱਸਾਂਗਾ। ਮੈਂ ਨੇੜੇ ਖੜੀ ਸੀ ਅਤੇ ਮੈਂ ਇਹ ਸਭ ਆਪਣੇ ਕੰਨਾਂ ਨਾਲ ਸੁਣਿਆ ਸੀ। ਇਹ ਸਭ ਸੁਣ ਕੇ ਮੇਰੀ ਮਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਅਤੇ ਉਸ ਦਾ ਗੁੱਸਾ ਜੋ ਪਹਿਲਾਂ ਬਹੁਤ ਉੱਚੀ ਆਵਾਜ਼ ਵਿੱਚ ਸੀ ਉਹ ਠੰਡਾ ਹੋ ਗਿਆ ਅਤੇ ਉਸਨੇ ਪੁਲਿਸ ਵਾਲਿਆਂ ਨੂੰ ਜਾਣ ਲਈ ਕਿਹਾ। ਮੈਂ ਸਮਝ ਨਹੀਂ ਸਕੀ ਕਿ ਮੇਰੀ ਮਾਂ ਨੇ ਅਜਿਹਾ ਕਿਉਂ ਕੀਤਾ, ਉਹਨਾਂ ਦੀ ਗੱਲ ਕਿਉਂ ਸੁਣੀ। ਜਦੋਂ ਮੰਮੀ ਮੈਨੂੰ ਆਪਣੇ ਨਾਲ ਲੈ ਕੇ ਜਾਣ ਲੱਗੀ ਤਾਂ ਮੈਂ ਉਸ ਦਾ ਹੱਥ ਹਿਲਾ ਕੇ ਕਿਹਾ, ਇੱਥੇ ਕੀ ਹੋਇਆ ਸੀ, ਮੈਨੂੰ ਸੱਚ ਦੱਸੋ ਅਤੇ 16 ਸਾਲ ਪਹਿਲਾਂ ਕੀ ਹੋਇਆ ਸੀ। ਮੈਂ ਪੂਰੀ ਸੱਚਾਈ ਜਾਣਨਾ ਚਾਹੁੰਦੀ ਹਾਂ। ਮੇਰੀ ਮਾਂ ਨੇ ਰੋਂਦੇ ਹੋਏ ਮੈਨੂੰ ਜੋ ਸੱਚ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਨਾਮ ਅਨੂ ਹੈ, ਪਰ ਸਾਡੇ ਵਰਗੇ ਲੋਕਾਂ ਦੀ ਕਿਸਮਤ ਬਹੁਤ ਮਾੜੀ ਹੁੰਦੀ ਹੈ। ਮੈਂ ਵੀ ਅਜੀ ਕਿਸਮਤ ਲੈ ਕੇ ਪੈਦਾ ਹੋਈ ਸੀ। ਮੇਰੇ ਪਿਤਾ ਜੀ ਮੇਰੇ ਜਨਮ ਤੋਂ ਖੁਸ਼ ਨਹੀਂ ਸਨ। ਹਰ ਆਦਮੀ ਵਾਂਗ ਉਹ ਵੀ ਆਪਣਾ ਪਹਿਲਾ ਬੱਚਾ ਪੁੱਤਰ ਚਾਹੁੰਦੇ ਸੀ, ਪਰ ਉਹਨਾਂ ਦੀ ਅਤੇ ਮੇਰੀ ਸਾਡੀ ਦੋਵਾਂ ਦੀ ਬਦਕਿਸਮਤੀ ਸੀ ਕਿ ਮੇਰਾ ਜਨਮ ਹੋਇਆ ਸੀ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਨਾਲ ਰੱਖਦੀ ਸੀ। ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ, ਮੇਰੀ ਛੋਟੀ ਭੈਣ ਅਤੇ ਭਰਾ ਵੀ ਵੱਡੇ ਹੁੰਦੇ ਗਏ, ਪਰ ਇਸ ਦੇ ਨਾਲ ਨਾਲ ਮੈਂ ਜ਼ਿੰਦਗੀ ਦਾ ਇੱਕ ਹੋਰ ਭਿਆਨਕ ਪਹਿਲੂ ਦੇਖਿਆ ਕਿ ਮੇਰਾ ਪਿਤਾ ਨਸ਼ੇੜੀ ਸੀ। ਉਹ ਸਾਰਾ ਦਿਨ ਜੋ ਕਮਾਉਂਦੇ ਸੀ ਉਹ ਸਾਰਾ ਜੂਏ ਅਤੇ ਸੱਟੇ ਵਿੱਚ ਹਾਰ ਜਾਂਦੇ ਸੀ ਅਤੇ ਸ਼ਾਮ ਨੂੰ ਜਦੋਂ ਘਰ ਆਉਂਦੇ ਸੀ ਤਾਂ ਘਰ ਵਿੱਚ ਹੰਗਾਮਾ ਮਚ ਜਾਂਦਾ ਸੀ। ਮੇਰੀ ਮਾਂ ਨਾ ਤਾਂ ਉਹਨਾਂ ਨੂੰ ਛੱਡ ਸਕਦੀ ਸੀ ਅਤੇ ਨਾ ਹੀ ਸਾਨੂੰ ਕਿਤੇ ਲੈ ਕੇ ਜਾ ਸਕਦੀ ਸੀ। ਮੰਮੀ ਅਤੇ ਪਾਪਾ ਦੀ ਰੋਜ਼ਾਨਾ ਦੀ ਲੜਾਈ ਘਰ ਦਾ ਹਿੱਸਾ ਬਣ ਗਈ ਸੀ ਕਿ ਜੇਕਰ ਕਿਸੇ ਦਿਨ ਘਰ ਵਿੱਚ ਲੜਾਈ ਝਗੜਾ ਨਾ ਹੁੰਦਾ ਤਾਂ ਅਸੀਂ ਭੈਣ ਭਰਾ ਹੈਰਾਨ ਹੋ ਜਾਂਦੇ ਅਤੇ ਅਸੀਂ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ। ਮੈਂ ਘਰ ਦੀ ਸਭ ਤੋਂ ਵੱਡੀ ਧੀ ਸੀ ਅਤੇ ਮੈਨੂੰ ਇਹ ਗੱਲਾਂ ਸਭ ਤੋਂ ਵੱਧ ਮਹਿਸੂਸ ਹੁੰਦੀਆਂ ਸਨ ਜਦੋਂ ਤੋਂ ਮੈਂ ਸਮਝਣ ਦੀ ਉਮਰ ਵਿੱਚ ਪਹੁੰਚੀ। ਮੇਰੀ ਮਾਂ ਮੈਨੂੰ ਮੇਰੇ ਪਿਤਾ ਜੀ ਤੋਂ ਲੁਕੋ ਕੇ ਰੱਖਣ ਲੱਗੀ। ਮੈਨੂੰ ਹਰ ਵੇਲੇ ਮਨਾ ਕਰਦੀ ਸੀ ਕਿ ਆਪਣੇ ਪਿਤਾ ਦੇ ਸਾਹਮਣੇ ਨਾ ਜਾਇਆ ਕਰੋ ਅਤੇ ਬਾਹਰ ਗਲੀ ਵਿੱਚ ਨਾ ਜਾਇਆ ਕਰੋ। ਮੰਮੀ ਨੇ ਤਾਂ ਮੈਨੂੰ ਘਰ ਵਿੱਚ ਹੀ ਬਿਠਾ ਲਿਆ ਸੀ। ਪਤਾ ਨਹੀਂ ਉਸ ਨੂੰ ਕਿਸ ਗੱਲ ਦਾ ਡਰ ਸੀ। ਮੈਂ ਆਪਣੀ ਮਾਂ ਨੂੰ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਮੇਸ਼ਾ ਮੈਨੂੰ ਟਾਲਦੀ ਰਹੀ। ਇੱਥੋਂ ਤੱਕ ਕਿ ਮੇਰੀ ਮਾਂ ਨੇ ਮੈਨੂੰ ਘਰ ਬਿਠਾ ਲਿਆ ਸੀ ਭਾਵੇਂ ਮੈਂ ਬਹੁਤ ਹੁਸ਼ਿਆਰ ਸੀ ਅਤੇ 15 ਸਾਲ ਦੀ ਉਮਰ ਵਿੱਚ 10ਵੀਂ ਪਾਸ ਕਰ ਲਈ ਸੀ। ਮੈਂ ਅਕਸਰ ਮਾਂ ਨੂੰ ਉਹਨਾਂ ਦੀ ਆਪਣੀ ਉਮਰ ਦੀਆਂ ਔਰਤਾਂ ਨਾਲ ਗੱਲਾਂ ਕਰਦੇ ਸੁਣਿਆ ਸੀ। ਉਹ ਕਹਿੰਦੇ ਸੀ ਕਿ ਮੈਂ ਤਾਂ ਬਸ ਇੰਤਜ਼ਾਰ ਕਰ ਰਹੀ ਹਾਂ ਕਿ ਮੇਰੀ ਧੀ ਥੋੜੀ ਹੋਰ ਵੱਡੀ ਹੋ ਜਾਵੇ। ਜਿਵੇਂ ਹੀ ਉਹ 18 ਸਾਲ ਦੀ ਹੋਵੇਗੀ ਮੈਂ ਉਸ ਦਾ ਵਿਆਹ ਕਰ ਦੇਵਾਂਗੀ। ਮੈਂ ਉਸ ਨੂੰ ਉਸਦੇ ਪਿਤਾ ਦੇ ਨਸ਼ੇ ਦਾ ਸ਼ਿਕਾਰ ਨਹੀਂ ਹੋਣ ਦਿਆਂਗੀ। ਉਸ ਸਮੇਂ ਮੈਨੂੰ ਮਾਂ ਦੀ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਮੇਰੇ ਪਿਤਾ ਤੋਂ ਲੁਕਾਉਣ ਦੀ ਕੀ ਲੋੜ ਸੀ। ਅੱਜ ਕੱਲ੍ਹ ਵੈਸੇ ਵੀ ਘਰ ਵਿੱਚ ਮੇਰੇ ਮਾਤਾ ਪਿਤਾ ਦੀ ਲੜਾਈ ਬਹੁਤ ਵੱਧ ਗਈ ਸੀ ਅਤੇ ਹੁਣ ਘਰ ਵਿੱਚ ਹਰ ਪਾਸੇ ਲੜਾਈਆਂ ਹੁੰਦੀਆਂ ਸਨ। ਉਸ ਦਿਨ ਵੀ ਘਰ ਵਿੱਚ ਹੰਗਾਮਾ ਮੱਚਿਆ ਹੋਇਆ ਸੀ। ਮੰਮੀ ਨੇ ਸਾਨੂੰ ਸਖਤੀ ਨਾਲ ਮਨਾ ਕੀਤਾ ਹੋਇਆ ਸੀ ਕਿ ਅਸੀਂ ਕਮਰੇ ਤੋਂ ਬਿਲਕੁਲ ਵੀ ਬਾਹਰ ਨਾ ਆਈਏ। ਮੈਂ ਆਪਣੀ ਛੋਟੀ ਭੈਣ ਅਤੇ ਭਰਾ ਨਾਲ ਰਸੋਈ ਵਿੱਚ ਲੁਕ ਕੇ ਬੈਠੀ ਹੋਈ ਸੀ ਅਤੇ ਡਰ ਰਹੀ ਸੀ ਕਿ ਪਤਾ ਨਹੀਂ ਬਾਹਰ ਕੀ ਹੋ ਰਿਹਾ ਹੈ। ਬਾਹਰੋਂ ਮੰਮੀ ਡੈਡੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਅੰਦਰ ਤੱਕ ਆ ਰਹੀਆਂ ਸਨ ਤੇ ਅਸੀਂ ਸਾਰੇ ਡਰੇ ਹੋਏ ਸੀ। ਬਾਰ-ਬਾਰ ਮੈਂ ਬਾਹਰ ਜਾ ਕੇ ਦੇਖਣਾ ਚਾਹੁੰਦੀ ਸੀ ਕਿ ਕੀ ਹੋ ਰਿਹਾ ਹੈ, ਪਰ ਮੈਨੂੰ ਆਪਣੀ ਮਾਂ ਦੀ ਸਲਾਹ ਯਾਦ ਆ ਜਾਂਦੀ ਸੀ ਕਿ ਮੰਮੀ ਨੇ ਕੁਝ ਸਮਾਂ ਪਹਿਲਾਂ ਮੈਨੂੰ ਰਸੋਈ ਵਿੱਚ ਜਾਣ ਲਈ ਕਿਹਾ ਸੀ ਅਤੇ ਉਸਨੇ ਮੈਨੂੰ ਰਸੋਈ ਤੋਂ ਬਿਲਕੁਲ ਬਾਹਰ ਨਾ ਆਉਣ ਲਈ ਕਿਹਾ ਸੀ, ਭਾਵੇਂ ਬਾਹਰ ਕੁਝ ਵੀ ਹੋ ਜਾਵੇ। ਅਤੇ ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਸੀ। ਮੇਰੀ ਮਾਂ ਸਹੀ ਸੀ। ਮੇਰਾ ਦਿਲ ਕੰਬ ਰਿਹਾ ਸੀ। ਪਤਾ ਨਹੀਂ ਪਿਤਾ ਜੀ ਉਹਨਾਂ ਨੂੰ ਕਿਉਂ ਮਾਰ ਰਹੇ ਸਨ। ਇਹ ਕੀ ਸੀ ਜੋ ਮੇਰੀ ਮਾਂ ਲਗਾਤਾਰ ਚੀਕ ਰਹੀ ਸੀ ਅਤੇ ਹੁਣ ਕਿਸੇ ਆਦਮੀ ਦੀ ਆਵਾਜ਼ ਉਹਨਾਂ ਆਵਾਜ਼ਾਂ ਵਿੱਚ ਸ਼ਾਮਲ ਹੋ ਗਈ ਸੀ। ਮੇਰੇ ਸਬਰ ਦਾ ਇਮਤਿਹਾਨ ਵੀ ਟੁੱਟ ਗਿਆ ਸੀ। ਫਿਰ ਮੈਂ ਰਸੋਈ ਦਾ ਦਰਵਾਜ਼ਾ ਥੋੜਾ ਜਿਹਾ ਬਾਹਰ ਵੱਲ ਖੋਲ ਕੇ ਝਾਤੀ ਮਾਰੀ ਤਾਂ ਜੋ ਮੈਂ ਦੇਖ ਸਕਾਂ ਕਿ ਬਾਹਰ ਕੀ ਹੋ ਰਿਹਾ ਸੀ ਅਤੇ ਜੋ ਨਜ਼ਾਰਾ ਮੇਰੀਆਂ ਅੱਖਾਂ ਨੇ ਦੇਖਿਆ ਉਸ ਨੇ ਮੈਨੂੰ ਅੰਦਰ ਤੱਕ ਸ਼ਰਮਿੰਦਾ ਕਰ ਦਿੱਤਾ। ਮੇਰੇ ਪਿਤਾ ਜੀ ਇਸ ਹੱਦ ਤੱਕ ਘਿਰ ਜਾਣਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ।
ਕਿ ਉਹ ਆਪਣੀ ਪਤਨੀ ਅਰਥਾਤ ਮੇਰੀ ਮਾਂ ਦਾ ਹੱਥ ਕਿਸੇ ਅਣਜਾਣ ਆਦਮੀ ਨੂੰ ਦੇ ਰਹੇ ਸੀ। ਉਹ ਸ਼ਖਸ ਦੇਖਣ ਵਿੱਚ ਬਹੁਤ ਹੀ ਸ਼ਰੀਫ ਲੱਗ ਰਿਹਾ ਸੀ, ਪਰ ਉਸ ਦੀਆਂ ਅਜਿਹੀਆਂ ਹਰਕਤਾਂ ਦੇਖ ਕੇ ਕੋਈ ਵੀ ਤੋਬਾ ਕਰਦਾ। ਉਹ ਮਾਂ ਨੂੰ ਘਸੀੜਦੇ ਹੋਏ ਲੈ ਕੇ ਜਾ ਰਿਹਾ ਸੀ ਅਤੇ ਮੰਮੀ ਚੀਕਦੇ ਹੋਏ ਖੁਦ ਨੂੰ ਰੋਕ ਰਹੀ ਸੀ। ਮੈਂ ਕੁਝ ਦੇਰ ਤੱਕ ਇਹ ਸਭ ਦੇਖਦੀ ਰਹੀ, ਪਰ ਫਿਰ ਮੈਂ ਇਹ ਨਾ ਸਹਾਰ ਸਕੀ ਕਿ ਉਹ ਅਣਜਾਣ ਅਤੇ ਬਦਮਾਸ਼ ਵਿਅਕਤੀ ਮੇਰੀ ਮਾਂ ਨੂੰ ਇਸ ਤਰ੍ਹਾਂ ਲੈ ਕੇ ਜਾ ਰਿਹਾ ਸੀ। ਮਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂ ਝੱਟ ਬਾਹਰ ਭੱਜੀ ਅਤੇ ਆਪਣੀ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ। ਜਦੋਂ ਮੇਰੇ ਪਿਤਾ ਨੇ ਇਹ ਨਜ਼ਾਰਾ ਦੇਖਿਆ ਤਾਂ ਉਹਨਾਂ ਨੇ ਮੈਨੂੰ ਥੱਪੜ ਮਾਰਿਆ ਅਤੇ ਮੈਨੂੰ ਵਾਪਸ ਭੇਜ ਦਿੱਤਾ, ਪਰ ਮੈਂ ਨਹੀਂ ਰੁਕੀ। ਮੈਂ ਆਪਣੀ ਮਾਂ ਨੂੰ ਇਸ ਆਦਮੀ ਨਾਲ ਕਿਵੇਂ ਜਾਣ ਦਿੰਦੀ। ਇੰਜ ਲੱਗਦਾ ਸੀ ਜਿਵੇਂ ਮੇਰਾ ਪਿਤਾ ਮੇਰੀ ਮਾਂ ਨਾਲ ਕੋਈ ਸੌਦਾ ਕਰ ਰਿਹਾ ਹੋਵੇ ਅਤੇ ਉਹਨਾਂ ਨੂੰ ਵੇਚ ਦਿੱਤਾ ਹੋਵੇ। ਮੰਮੀ ਆਪਣੇ ਆਪ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਮੈਨੂੰ ਚੀਕ ਕੇ ਬੋਲੀ ਕਿ ਤੁਹਾਨੂੰ ਬਾਹਰ ਆਉਣ ਲਈ ਕਿਸਨੇ ਕਿਹਾ ਸੀ? ਤੁਸੀਂ ਅੰਦਰ ਜਾਓ, ਜਲਦੀ ਅੰਦਰ ਜਾਓ। ਮੈਂ ਕਿਹਾ, ਮੰਮੀ, ਮੈਂ ਤੁਹਾਨੂੰ ਕਿਵੇਂ ਛੱਡ ਸਕਦੀ ਹਾਂ? ਮੈਂ ਤੁਹਾਨੂੰ ਨਹੀਂ ਜਾਣ ਦੇ ਸਕਦੀ। ਫਿਰ ਮੈਂ ਉਸ ਵਿਅਕਤੀ ਦੇ ਹੱਥਾਂ ਤੇ ਮਾਰਿਆ ਅਤੇ ਕਿਹਾ, ਮੇਰੀ ਮਾਂ ਦਾ ਹੱਥ ਛੱਡੋ, ਮੇਰੀ ਮਾਂ ਨੂੰ ਛੱਡ ਦਿਓ। ਅਚਾਨਕ ਉਸ ਨੇ ਮਾਂ ਦਾ ਹੱਥ ਛੱਡ ਦਿੱਤਾ। ਮੈਂ ਅਤੇ ਮੇਰੀ ਮਾਂ ਦੋਵੇਂ ਹੈਰਾਨ ਰਹਿ ਗਏ। ਮੈਨੂੰ ਉਸ ਤੋਂ ਅਜਿਹਾ ਕਰਨ ਦੀ ਉਮੀਦ ਨਹੀਂ ਸੀ, ਪਰ ਅਗਲੇ ਹੀ ਪਲ ਸਾਡੀ ਜਾਨ ਨਿਕਲ ਗਈ ਜਦੋਂ ਉਸਨੇ ਮੰਮੀ ਦਾ ਹੱਥ ਛੱਡ ਕੇ ਮੇਰਾ ਹੱਥ ਫੜ ਲਿਆ। ਮੇਰੀ ਮਾਂ ਦੁਖੀ ਹੋ ਕੇ ਅੱਗੇ ਵਧੀ, ਜਦੋਂ ਕਿ ਮੇਰੇ ਪਿਤਾ ਜੀ ਦੇ ਚਿਹਰੇ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹ ਵਿਅਕਤੀ ਮੇਰੇ ਪਿਤਾ ਨੂੰ ਕਹਿਣ ਲੱਗਾ ਕਿ ਮੈਨੂੰ ਤੁਹਾਡੀ ਧੀ ਲੈ ਜਾਣ ਦਿਓ, ਮੈਂ ਤੁਹਾਨੂੰ ਹੋਰ ਪੈਸੇ ਦੇ ਦੇਵਾਂਗਾ। ਮੈਂ ਡਰ ਗਈ ਅਤੇ ਮੇਰੀ ਮਾਂ ਦਾ ਚਿਹਰਾ ਵੀ ਫਿੱਕਾ ਪੈ ਗਿਆ। ਮੰਮੀ ਨੇ ਮੈਨੂੰ ਉਸ ਵਿਅਕਤੀ ਤੋਂ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੇਰੇ ਪਿਤਾ ਨੇ ਮੰਮੀ ਨੂੰ ਖਿੱਚ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਹਰੋਂ ਕੁੰਡੀ ਲਗਾ ਦਿੱਤੀ। ਮੰਮੀ ਦੁਖੀ ਹੋ ਕੇ ਮੈਨੂੰ ਬੁਲਾਉਣ ਲੱਗ ਪਈ, ਪਰ ਮੇਰੇ ਜ਼ਾਲਮ ਪਿਤਾ ਨੂੰ ਮੇਰੇ ਤੇ ਤਰਸ ਨਹੀਂ ਆ ਰਿਹਾ। ਪਾਪਾ ਮੈਨੂੰ ਕਹਿਣ ਲੱਗੇ ਕਿ ਤੁਸੀਂ ਬੇਵਜ੍ਹਾ ਆਪਣੇ ਆਪ ਨੂੰ ਪਰੇਸ਼ਾਨ ਕਰ ਰਹੇ ਹੋ। ਮੈਂ ਤੁਹਾਡੀ ਮਾਂ ਦਾ ਸੌਦਾ ਕੀਤਾ ਸੀ, ਪਰ ਹੁਣ ਮੈਨੂੰ ਤੁਹਾਡੇ ਬਦਲੇ ਹੋਰ ਪੈਸੇ ਮਿਲ ਰਹੇ ਹਨ ਤਾਂ ਤੁਸੀਂ ਆਪਣੇ ਪਿਤਾ ਦੀ ਭਲਾਈ ਬਾਰੇ ਕਿਉਂ ਨਹੀਂ ਸੋਚਦੇ? ਉਹ ਤੁਹਾਨੂੰ ਬਹੁਤ ਖੁਸ਼ ਰੱਖੇਗਾ। ਜਾ ਮੇਰੀ ਧੀ ਜਾ। ਮੈਂ ਆਪਣੇ ਪਿਤਾ ਨੂੰ ਬਹੁਤ ਕਿਹਾ ਕਿ ਉਹ ਮੈਨੂੰ ਬਚਾ ਲੈਣ, ਪਰ ਉਹ ਤਾਂ ਜਿਵੇਂ ਪੱਥਰ ਦਾ ਬੁੱਤ ਬਣ ਗਿਆ ਹੋਵੇ। ਉਹ ਵਿਅਕਤੀ ਉੱਚੀ ਉੱਚੀ ਮੈਨੂੰ ਕਹਿਣ ਲੱਗਾ ਕਿ ਤੇਰੇ ਪਿਤਾ ਨੇ ਮੇਰਾ ਕਰਜ਼ਾ ਚੁਕਾਉਣਾ ਹੈ ਅਤੇ ਉਹ ਇਸ ਹਾਲਤ ਵਿੱਚ ਅਜਿਹਾ ਕਰੇਗਾ ਅਤੇ ਤੂੰ ਮੇਰੇ ਨਾਲ ਜਾਵੇਗੀ। ਅਤੇ ਥੋੜੀ ਜਿਹੀ ਵੀ ਹੁਸ਼ਿਆਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਬਹੁਤ ਮਾੜਾ ਵਿਵਹਾਰ ਕਰਾਂਗਾ। ਉਹ ਮੈਨੂੰ ਖਿੱਚ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ। ਰਸਤੇ ਵਿੱਚ ਬਹੁਤ ਸਾਰੇ ਲੋਕਾਂ ਨੇ ਦੇਖਿਆ, ਪਰ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਕੋਈ ਜ਼ਾਲਮ ਵਿਅਕਤੀ ਨਾਲ ਪੰਗਾ ਲੈਂਦਾ, ਕਿਉਂਕਿ ਅੱਜ ਦੇ ਸਮੇਂ ਵਿੱਚ ਕੌਣ ਕਿਸੇ ਦੀ ਸੁਣਦਾ ਹੈ। ਜਿਵੇਂ ਹੀ ਉਹ ਮੈਨੂੰ ਆਪਣੇ ਘਰ ਲੈ ਗਿਆ, ਉਸਨੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਉੱਚੀ ਉੱਚੀ ਰੋਣ ਲੱਗ ਪਈ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲਿਆ। ਇੱਕ ਬੁੱਢੀ ਔਰਤ ਮੇਰੇ ਲਈ ਭੋਜਨ ਅਤੇ ਪਾਣੀ ਦਾ ਗਲਾਸ ਲੈ ਕੇ ਆਈ ਅਤੇ ਕਹਿਣ ਲੱਗੀ ਕਿ ਮੈਨੂੰ ਪਤਾ ਹੈ ਕਿ ਮੇਰੇ ਪੁੱਤਰ ਨੇ ਤੈਨੂੰ ਇੱਥੇ ਕੈਦ ਕਰਕੇ ਰੱਖਿਆ ਹੈ ਅਤੇ ਉਸਨੇ ਇਹ ਗਲਤ ਕੰਮ ਕੀਤਾ ਹੈ, ਪਰ ਤੇਰੇ ਪਿਤਾ ਨੇ ਤੈਨੂੰ ਆਪਣੇ ਕੋਲ ਰੱਖ ਕੇ ਹੋਰ ਵੀ ਗਲਤ ਕੰਮ ਕੀਤਾ ਹੈ। ਇਸ ਲਈ ਤੁਹਾਨੂੰ ਇਸ ਅਸਲੀਅਤ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨਾ ਚਾਹੀਦਾ ਹੈ, ਕਿਉਂਕਿ ਮੈਂ ਵੀ ਆਪਣੇ ਪੁੱਤਰ ਦੇ ਵਿਰੁੱਧ ਨਹੀਂ ਜਾ ਸਕਦੀ। ਉਹ ਮੈਨੂੰ ਭੋਜਨ ਅਤੇ ਪਾਣੀ ਦੇ ਕੇ ਚਲੀ ਗਈ। ਮੈਂ ਭੋਜਨ ਨੂੰ ਹੱਥ ਤੱਕ ਨਹੀਂ ਲਾਇਆ ਸੀ ਅਤੇ ਮੈਂ ਰੋਂਦੀ ਰਹੀ। ਇਸ ਤਰ੍ਹਾਂ ਰੋਂਦੇ ਹੋਏ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਅਤੇ ਮੈਂ ਸੌਂ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਦੇਖਿਆ ਕਿ ਮੈਂ ਜਿਹੜੇ ਕਮਰੇ ਵਿੱਚ ਕੈਦ ਸੀ, ਉਸ ਕਮਰੇ ਦੀ ਖਿੜਕੀ ਬਾਹਰ ਵਿਹੜੇ ਵਿੱਚ ਖੁੱਲਦੀ ਸੀ। ਇਸ ਲਈ ਜਦੋਂ ਮੈਂ ਉਹ ਖਿੜਕੀ ਖੋਲੀ ਤਾਂ ਮੈਂ ਉਸ ਬਜ਼ੁਰਗ ਔਰਤ ਅਤੇ ਉਸ ਆਦਮੀ ਨੂੰ ਆਪਣੇ ਸਾਹਮਣੇ ਦੇਖਿਆ। ਉਹ ਬੁੱਢੀ ਔਰਤ ਜੋ ਦੁਪਹਿਰ ਵੇਲੇ ਮੇਰੇ ਕੋਲ ਆਈ ਸੀ, ਆਪਣੇ ਪੁੱਤਰ ਅਰਥਾਤ ਉਸ ਆਦਮੀ ਨੂੰ ਕਹਿ ਰਹੀ ਸੀ ਜੋ ਮੈਨੂੰ ਇੱਥੇ ਲੈ ਕੇ ਆਇਆ ਸੀ ਕਿ ਇਸ ਵਿਚਾਰੀ ਕੁੜੀ ਦਾ ਕੀ ਕਸੂਰ ਹੈ। ਫਿਰ ਉਸ ਆਦਮੀ ਨੇ ਕਿਹਾ ਕਿ ਮੇਰੇ ਭਰਾ ਦਾ ਕੀ ਕਸੂਰ ਸੀ, ਮੈਂ ਇਸ ਨੂੰ ਆਪਣੇ ਲਈ ਨਹੀਂ ਸਗੋਂ ਉਸਦੇ ਲਈ ਲਿਆਇਆ ਹਾਂ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਇੱਥੇ ਕੀ ਮਕਸਦ ਲਈ ਲੈ ਕੇ ਆਇਆ ਸੀ। ਉਹ ਮੇਰੇ ਕਮਰੇ ਵੱਲ ਆਉਣ ਲੱਗਾ ਤਾਂ ਉਸ ਦੀ ਮਾਂ ਰੌਲਾ ਪਾਉਣ ਲੱਗੀ ਕਿ ਤੈਨੂੰ ਪਤਾ ਹੈ ਉਸ ਦਾ ਦਿਮਾਗ ਠੀਕ ਨਹੀਂ ਹੈ, ਉਹ ਤਾਂ ਪਾਗਲ ਹੈ। ਤੂੰ ਛੋਟੀ ਜਿਹੀ ਕੁੜੀ ਨੂੰ ਉਸ ਦੇ ਹਵਾਲੇ ਕਿਵੇਂ ਕਰ ਸਕਦਾ ਹੈ? ਰੁਕੋ, ਇਹ ਸਭ ਨਾ ਕਰੋ। ਇਹ ਸਭ ਸੁਣ ਕੇ ਮੈਂ ਬਹੁਤ ਡਰ ਗਈ ਕਿ ਉਹ ਮੈਨੂੰ ਕਿਸ ਪਾਗਲ ਵਿਅਕਤੀ ਦੇ ਹਵਾਲੇ ਕਰਨ ਜਾ ਰਿਹਾ ਹੈ। ਮੈਂ ਸੋਚਿਆ ਕਿ ਸ਼ਾਇਦ ਉਹ ਮੇਰੇ ਨਾਲ ਵਿਆਹ ਕਰੇਗਾ
ਕਿਉਂਕਿ ਸਾਡੇ ਇਲਾਕੇ ਵਿੱਚ ਜਦੋਂ ਵੀ ਕੋਈ ਨਸ਼ੇੜੀ ਬਾਪ ਆਪਣੀ ਧੀ ਨੂੰ ਇਸ ਤਰ੍ਹਾਂ ਕਿਸੇ ਹੋਰ ਆਦਮੀ ਕੋਲ ਵੇਚਦਾ ਸੀ ਤਾਂ ਉਹ ਆਦਮੀ ਉਸ ਕੁੜੀ ਨਾਲ ਵਿਆਹ ਕਰ ਲੈਂਦਾ। ਇਸ ਲਈ ਮੈਂ ਵੀ ਸੋਚਿਆ ਕਿ ਸ਼ਾਇਦ ਉਹ ਵੀ ਹੁਣ ਮੇਰੇ ਨਾਲ ਵਿਆਹ ਕਰ ਲਵੇਗਾ। ਪਰ ਇਹ ਵੱਖਰੀ ਗੱਲ ਸੀ। ਉਸ ਦਾ ਇੱਕ ਪਾਗਲ ਭਰਾ ਸੀ ਤੇ ਉਹ ਮੈਨੂੰ ਉਸ ਦੇ ਹਵਾਲੇ ਕਰਨ ਜਾ ਰਿਹਾ ਸੀ। ਕਮਰੇ ਵਿੱਚ ਦਾਖਲ ਹੁੰਦੇ ਹੀ ਉਸਨੇ ਦਰਵਾਜ਼ਾ ਖੋਲ੍ਹਿਆ, ਮੈਨੂੰ ਫੜ ਲਿਆ ਅਤੇ ਮੈਨੂੰ ਖਿੱਚਣ ਲੱਗਾ। ਉਸ ਕਮਰੇ ਦੇ ਬਿਲਕੁਲ ਸਾਹਮਣੇ ਇੱਕ ਹੋਰ ਕਮਰਾ ਸੀ ਜਿਸ ਦੇ ਬਾਹਰ ਤਾਲਾ ਲੱਗਾ ਹੋਇਆ ਸੀ। ਜਦੋਂ ਉਹ ਦਰਵਾਜ਼ੇ ਦਾ ਤਾਲਾ ਖੋਲ੍ਹ ਕੇ ਮੈਨੂੰ ਅੰਦਰ ਲੈ ਗਿਆ ਤਾਂ ਮੈਂ ਹੈਰਾਨ ਰਹਿ ਗਈ। ਮੇਰੇ ਸਾਹਮਣੇ ਇੱਕ ਪਾਗਲ ਵਿਅਕਤੀ ਸੀ ਜਿਸ ਵਿਅਕਤੀ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ। ਉਸ ਦਾ ਇੱਕੋ ਇੱਕ ਮਤਲਬ ਇਹ ਸੀ ਕਿ ਉਹ ਬਹੁਤ ਖਤਰਨਾਕ ਸੀ ਅਤੇ ਇਸੇ ਲਈ ਉਸ ਨੂੰ ਬੰਨ੍ਹਿਆ ਗਿਆ ਸੀ। ਉਹ ਮੈਨੂੰ ਇੱਥੇ ਕਿਉਂ ਲਿਆਇਆ ਹੈ? ਮੈਂ ਤਾਂ ਡਰ ਕੇ ਰੋਣ ਲੱਗ ਪਈ। ਉਸ ਆਦਮੀ ਨੇ ਮੈਨੂੰ ਕਮਰੇ ਦੇ ਅੰਦਰ ਧੱਕ ਦਿੱਤਾ ਅਤੇ ਆਪਣੇ ਭਰਾ ਦੀ ਚੈਨ ਖੋਲ੍ਹਣ ਲੱਗਾ, ਜਦੋਂ ਕਿ ਉਸ ਦੀ ਮਾਂ ਪਿੱਛੇ ਤੋਂ ਜਿੱਦ ਕਰ ਰਹੀ ਸੀ ਅਤੇ ਉਸ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਉਹ ਮੇਰੇ ਨਾਲ ਇੰਨਾ ਵੱਡਾ ਅਪਰਾਧ ਨਾ ਕਰੇ। ਭਾਵੇਂ ਮੈਂ 15 ਸਾਲ ਦੀ ਸੀ, ਪਰ ਮੈਂ ਜਾਣਦੀ ਸੀ ਕਿ ਕੁੜੀ ਦੀ ਇੱਜ਼ਤ ਕੀ ਹੁੰਦੀ ਹੈ ਅਤੇ ਸ਼ਾਇਦ ਮੇਰੀ ਇੱਜ਼ਤ ਉਸ ਪਾਗਲ ਦੇ ਹੱਥੋਂ ਬਰਬਾਦ ਹੋਣ ਵਾਲੀ ਸੀ। ਉਸ ਨੇ ਆਪਣੇ ਪਾਗਲ ਭਰਾ ਦੀ ਚੈਨ ਖੋਲ ਦਿੱਤੀ ਸੀ ਅਤੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਚਲਾ ਗਿਆ। ਉਸ ਦਾ ਭਰਾ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ, ਜਿਵੇਂ ਉਹ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਸ ਦੇ ਹਾਵ ਭਾਵ ਤੋਂ ਇੰਜ ਜਾਪਦਾ ਸੀ ਜਿਵੇਂ ਉਹ ਮੈਨੂੰ ਲੰਬੇ ਸਮੇਂ ਤੋਂ ਜਾਣਦਾ ਹੋਵੇ, ਬਹੁਤ ਸਮਾਂ ਪਹਿਲਾਂ। ਪਰ ਮੈਂ ਉਲਝਣ ਵਿੱਚ ਸੀ ਕਿਉਂਕਿ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ। ਅਚਾਨਕ ਉਹ ਪਾਗਲ ਵਿਅਕਤੀ ਪੂਰੀ ਰਫ਼ਤਾਰ ਨਾਲ ਮੇਰੇ ਵੱਲ ਆਇਆ ਅਤੇ ਮੈਂ ਡਰ ਦੇ ਮਾਰੇ ਕੰਧ ਨਾਲ ਚਿਪਕ ਗਈ ਅਤੇ ਅੱਖਾਂ ਬੰਦ ਕਰ ਲਈਆਂ। ਪਰ ਉਹ ਤਾਂ ਆਉਂਦਿਆਂ ਹੀ ਮੇਰੇ ਪੈਰਾਂ ਕੋਲ ਬੈਠ ਕੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਬੋਲਿਆ, ਸ਼ੁਕਰ ਹੈ ਤੁਸੀਂ ਆ ਗਏ ਹੋ। ਮੈਂ ਇੰਨੇ ਸਾਲਾਂ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਮੈਨੂੰ ਪਤਾ ਸੀ ਕਿ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਆਓਗੇ ਅਤੇ ਦੇਖੋ ਅੱਜ ਤੁਸੀਂ ਆ ਗਏ ਹੋ। ਮੈਂ ਤਾਂ ਉਸ ਦੇ ਪਾਸਿਓਂ ਕਿਸੇ ਭਿਆਨਕ ਰਵੱਈਏ ਦੀ ਉਡੀਕ ਕਰ ਰਹੀ ਸੀ। ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹ ਵਿਅਕਤੀ ਮੇਰੀ ਮਾਂ ਦੀ ਉਮਰ ਦਾ ਸੀ ਅਤੇ ਉਸ ਦਾ ਇੰਜ ਮੇਰੇ ਪੈਰੀ ਪੈਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ। ਮੈਂ ਉਸ ਨੂੰ ਉਠਾਉਂਦੇ ਹੋਏ ਪੁੱਛਿਆ, ਤੁਸੀਂ ਕੌਣ ਹੋ? ਮੈਨੂੰ ਵੀ ਦੱਸੋ ਅਤੇ ਇਹ ਵੀ ਦੱਸੋ ਕਿ ਤੁਸੀਂ ਸਾਲਾਂ ਤੋਂ ਮੇਰਾ ਇੰਤਜ਼ਾਰ ਕਿਉਂ ਕਰ ਰਹੇ ਸੀ? ਤੁਸੀਂ ਇਹ ਕੀ ਕਹਿ ਰਹੇ ਹੋ? ਉਹ ਮੇਰੇ ਪੈਰਾਂ ਤੋਂ ਉੱਠ ਕੇ ਪਾਗਲਾਂ ਵਾਂਗ ਹੱਸਣ ਲੱਗ ਪਿਆ ਤੇ ਤਾੜੀਆਂ ਵਜਾਉਂਦੇ ਹੋਏ ਬੋਲਿਆ, ਚੱਲ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦਿਆਂਗਾ। ਉਸਨੇ ਮੇਰਾ ਹੱਥ ਫੜ ਲਿਆ ਅਤੇ ਆਪਣੀ ਸੰਗਲੀ ਨਾਲ ਬੰਨ੍ਹਣ ਲੱਗਾ ਅਤੇ ਮੈਂ ਦੁਖੀ ਹੋ ਰਹੀ ਸੀ। ਉਸ ਦੇ ਉੱਚੀ ਉੱਚੀ ਹੱਸਣ ਅਤੇ ਮੇਰੇ ਚੀਕਣ ਦੀ ਆਵਾਜ਼ ਬਾਹਰ ਜਾ ਰਹੀ ਸੀ। ਆਖਰ ਉਸ ਔਰਤ ਨੂੰ ਮੇਰੇ ਤੇ ਤਰਸ ਆਇਆ ਅਤੇ ਉਸਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਉਸ ਪਾਗਲ ਵਿਅਕਤੀ ਦੇ ਚੁੰਗਲ ਚੋਂ ਛੁਡਾਇਆ ਅਤੇ ਆਪਣੇ ਨਾਲ ਆਪਣੇ ਕਮਰੇ 'ਚ ਲੈ ਗਈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਘਰ ਦੀ ਕਹਾਣੀ ਕੀ ਸੀ। ਦੇਖਦਿਆਂ ਦੇਖਦਿਆਂ ਉਹ ਬੰਦਾ ਜਿਸ ਨੇ ਮੈਨੂੰ ਮੇਰੇ ਬਾਪੂ ਕੋਲੋਂ ਖਰੀਦਿਆ ਸੀ, ਉਹ ਤਾਂ ਚੰਗਾ ਬੰਦਾ ਜਾਪਦਾ ਸੀ, ਪਰ ਉਸਨੇ ਇਹ ਮਾੜੀ ਹਰਕਤ ਕੀਤੀ ਸੀ ਕਿ ਉਹ ਮੈਨੂੰ ਇੱਥੇ ਪੈਸਿਆਂ ਨਾਲ ਖਰੀਦ ਕੇ ਲੈ ਕੇ ਆਇਆ ਸੀ। ਆਉਂਦਿਆਂ ਹੀ ਉਹ ਆਪਣੀ ਮਾਂ ਨਾਲ ਲੜਨ ਲੱਗਾ ਕਿ ਉਹ ਮੈਨੂੰ ਉੱਥੋਂ ਕਿਉਂ ਲੈ ਕੇ ਆਈ। ਉਸਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਬੇ ਸਮੇਂ ਤੋਂ ਇਸ ਸਭ ਦੇ ਪਿੱਛੇ ਸੀ ਅਤੇ ਮੈਂ ਬਦਲਾ ਲੈਣ ਦਾ ਫੈਸਲਾ ਕਰ ਲਿਆ ਸੀ। ਅਤੇ ਉਹ ਮੈਨੂੰ ਦੁਬਾਰਾ ਉਸ ਪਾਗਲ ਵਿਅਕਤੀ ਦੇ ਕਮਰੇ ਵੱਲ ਖਿੱਚਣ ਲੱਗਾ। ਜਦੋਂ ਮੈਂ ਚੀਕਣ ਲੱਗੀ ਤਾਂ ਉਹ ਔਰਤ ਵੀ ਬਾਰ-ਬਾਰ ਇਹੀ ਗੱਲ ਕਹਿ ਰਹੀ ਸੀ, ਤੁਸੀਂ ਜਾਣਦੇ ਹੋ ਕਿ ਇਹ ਸਹੀ ਨਹੀਂ ਹੈ। ਇਸ ਕੁੜੀ ਨੂੰ ਉਸ ਕੋਲ ਭੇਜਣਾ ਖਤਰੇ ਤੋਂ ਖਾਲੀ ਨਹੀਂ ਹੈ। ਉਸ ਨਾਲ ਇਹ ਜ਼ੁਲਮ ਨਾ ਕਰੋ। ਉਸ ਦੀ ਮਾਂ ਜ਼ਬਰਦਸਤੀ ਅੱਗੇ ਆਈ ਅਤੇ ਮੈਨੂੰ ਛੁਡਵਾ ਕੇ ਆਪਣੇ ਕਮਰੇ ਵਿੱਚ ਲੈ ਗਈ। ਨਹੀਂ ਤਾਂ ਉਹ ਮੈਨੂੰ ਦੁਬਾਰਾ ਉਸ ਪਾਗਲ ਦੇ ਕਮਰੇ ਵਿੱਚ ਭੇਜ ਰਿਹਾ ਸੀ ਜੋ ਮੈਨੂੰ ਸੰਗਲਾਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਬਦਲੇ ਦੀ ਗੱਲ ਕਰ ਰਿਹਾ ਹੈ। ਜੇਕਰ ਉਸ ਨੇ ਮੇਰੇ ਪਿਤਾ ਤੋਂ ਕੋਈ ਬਦਲਾ ਲੈਣਾ ਹੈ ਤਾਂ ਮੈਨੂੰ ਉਸ ਦੇ ਵਿਚਕਾਰ ਕਿਉਂ ਲਿਆਇਆ ਜਾ ਰਿਹਾ ਹੈ? ਮੈਂ ਕਦੇ ਉਸ ਦਾ ਚਿਹਰਾ ਵੀ ਨਹੀਂ ਦੇਖਿਆ ਅਤੇ ਨਾ ਹੀ ਮੈਨੂੰ ਉਸ ਬਾਰੇ ਕੁਝ ਪਤਾ ਸੀ। ਤਾਂ ਉਹ ਔਰਤ ਦੱਸਣ ਲੱਗੀ ਕਿ ਮੇਰੇ 2 ਹੀ ਬੇਟੇ ਅਤੇ 1 ਬੇਟੀ ਹੈ। ਇਹ ਦੋਵੇਂ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸ ਦੀ ਹਰ ਇੱਛਾ ਪੂਰੀ ਕਰਨਾ ਆਪਣਾ ਫਰਜ਼ ਸਮਝਦੇ ਸਨ। ਉਹਨਾਂ ਦੋਹਾਂ ਭਰਾਵਾਂ ਵਿੱਚ ਕਾਫੀ ਪਿਆਰ ਸੀ, ਪਰ ਉਸ ਤੋਂ ਬਾਅਦ ਉਹ ਚੁੱਪ ਹੋ ਜਾਂਦੀ ਸੀ। ਉਹ ਮੈਨੂੰ ਅੱਗੇ ਦੀ ਕਹਾਣੀ ਦੱਸ ਨਹੀਂ ਰਹੀ ਸੀ। ਸ਼ਾਇਦ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਜਾਂ ਉਹ ਮੈਨੂੰ ਦੱਸਣਾ ਨਹੀਂ ਚਾਹੁੰਦੀ ਸੀ। ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਅਜਿਹਾ ਕੀ ਹੋਇਆ ਕਿ ਇਹ ਭਰਾ ਪਾਗਲ ਹੋ ਗਿਆ ਅਤੇ ਵੱਡੇ ਭਰਾ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਦਲ ਲਿਆ। ਮੈਂ ਮਹਿਸੂਸ ਕੀਤਾ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਜ਼ਰੂਰ ਆਇਆ ਹੋਵੇਗਾ ਜੋ ਮੇਰੇ ਪਰਿਵਾਰ ਵਿੱਚੋਂ ਹੋਵੇਗਾ। ਇਸੇ ਲਈ ਉਹ ਮੈਨੂੰ ਇੱਥੇ ਬਦਲਾ ਲੈਣ ਲਈ ਲੈ ਕੇ ਆਏ ਹਨ।
ਉਹ ਵਿਅਕਤੀ ਲਗਾਤਾਰ ਮੈਨੂੰ ਆਪਣੇ ਪਾਗਲ ਭਰਾ ਦੇ ਹਵਾਲੇ ਕਰਨ ਤੇ ਤੁਲਿਆ ਹੋਇਆ ਸੀ, ਜਦੋਂ ਕਿ ਮੈਂ ਉਸ ਦੀ ਮਾਂ ਦਾ ਸ਼ੁਕਰਗੁਜ਼ਾਰ ਸੀ। ਉਸਨੇ ਮੈਨੂੰ ਇੱਥੇ ਪਨਾਹ ਦਿੱਤੀ। ਮੈਨੂੰ ਇੱਥੇ ਆਏ 4 ਦਿਨ ਹੋ ਗਏ ਸੀ ਅਤੇ ਅੱਜ ਤੱਕ ਮੇਰੇ ਘਰੋਂ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ। ਮੈਨੂੰ ਆਪਣੇ ਪਿਤਾ ਬਾਰੇ ਪਤਾ ਸੀ ਕਿ ਜੇ ਉਹਨਾਂ ਨੂੰ ਪਤਾ ਵੀ ਹੁੰਦਾ ਤਾਂ ਵੀ ਉਹ ਨਹੀਂ ਆਉਣਗੇ, ਜਦੋਂ ਕਿ ਮੇਰੀ ਮਾਂ ਨੂੰ ਸ਼ਾਇਦ ਕਦੇ ਇੱਥੋਂ ਦਾ ਪਤਾ ਨਹੀਂ ਸੀ, ਨਹੀਂ ਤਾਂ ਉਹ ਮੈਨੂੰ ਮਿਲਣ ਆ ਜਾਂਦੀ। ਮੈਨੂੰ ਇਸ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਕਦੇ-ਕਦੇ ਮੈਂ ਬਹੁਤ ਉਦਾਸ ਹੁੰਦੀ ਕਿ ਮੈਂ ਇੰਨੀ ਗਰੀਬ ਕਿਉਂ ਹਾਂ, ਮੇਰੇ ਕੋਲ ਇੰਨੇ ਪੈਸੇ ਕਿਉਂ ਨਹੀਂ ਹਨ ਕਿ ਮੈਂ ਉਸ ਦਾ ਕਰਜ਼ਾ ਚੁਕਾ ਸਕਾਂ ਅਤੇ ਮੇਰੀ ਜਾਨ ਇੱਥੋਂ ਬਚ ਜਾਂਦੀ। ਬੁੱਢੀ ਔਰਤ ਮੈਨੂੰ ਤਸੱਲੀ ਦਿੰਦੀ ਰਹਿੰਦੀ ਕਿ ਤੂੰ ਮੇਰੇ ਪੁੱਤਰਾਂ ਨੂੰ ਬਦੁਆ ਨਾ ਦੇਣਾ। ਇੱਕ ਪੁੱਤਰ ਪਹਿਲਾਂ ਹੀ ਪਾਗਲ ਹੋ ਚੁੱਕਾ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰਾ ਦੂਜਾ ਬੇਟਾ ਵੀ ਕਿਸੇ ਦੀ ਬਦਦੁਆ ਕਰਕੇ ਅਜਿਹਾ ਹੋ ਜਾਵੇ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਵੱਡਾ ਭਰਾ ਵਿਆਹਿਆ ਹੋਇਆ ਸੀ ਅਤੇ ਉਸ ਦੇ 4 ਬੱਚੇ ਸਨ ਅਤੇ ਉਸ ਦੀ ਪਤਨੀ ਬੱਚਿਆਂ ਨਾਲ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ। ਸ਼ਾਇਦ ਇਸੇ ਲਈ ਉਸ ਨੇ ਮੇਰੇ ਨਾਲ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ ਅਤੇ ਇਹ ਬਹੁਤ ਵਧੀਆ ਸੀ ਅਤੇ ਇਹ ਮੇਰੇ ਲਈ ਵਾਪਸ ਜਾਣ ਦੀ ਉਮੀਦ ਦੀ ਕਿਰਨ ਹੋਵੇਗੀ। ਪਰ ਆਸ ਦੀਆਂ ਸਾਰੀਆਂ ਕਿਰਨਾਂ ਉਦੋਂ ਬੁਝਣ ਲੱਗੀਆਂ ਜਦੋਂ ਉਹ ਆਦਮੀ ਇੱਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਇਸ ਕੁੜੀ ਨੂੰ ਤੁਸੀਂ ਦੱਸ ਦਿਓ ਕਿ ਕੱਲ ਮੈਂ ਇਹਨਾਂ ਦੋਵਾਂ ਦਾ ਵਿਆਹ ਤੈਅ ਕਰ ਦਿੱਤਾ ਹੈ। ਇਹ ਸੁਣ ਕੇ ਮੇਰੇ ਉੱਤੇ ਇੱਕ ਕਿਆਮਤ ਆ ਗਈ ਅਤੇ ਮੈਂ ਉਸ ਔਰਤ ਦੇ ਪੈਰਾਂ ਕੋਲ ਬੈਠ ਗਈ ਅਤੇ ਮਾਫੀ ਮੰਗਣ ਲੱਗੀ ਕਿ ਮੈਨੂੰ ਇੱਥੋਂ ਜਾਣ ਦਿਓ, ਮੈਂ ਇਹ ਵਿਆਹ ਨਹੀਂ ਕਰ ਸਕਦੀ। ਤੁਸੀਂ ਆਪਣੇ ਪੁੱਤਰ ਨੂੰ ਦੇਖਿਆ ਹੋਵੇਗਾ, ਉਹ ਮੇਰੇ ਤੋਂ ਕਿੰਨਾ ਵੱਡਾ ਹੈ, ਇਸ ਲਈ ਉਹ ਮੇਰੇ ਪਿਤਾ ਦੀ ਉਮਰ ਦਾ ਹੈ ਅਤੇ ਉਹ ਇੱਕ ਪਾਗਲ ਵਿਅਕਤੀ ਹੈ। ਮੈਂ ਉਸ ਨਾਲ ਵਿਆਹ ਕਿਵੇਂ ਕਰਾਂ? ਪਰ ਮੇਰੀ ਗੱਲ ਨਹੀਂ ਸੁਣੀ ਗਈ ਅਤੇ ਵਿਆਹ ਦਾ ਦਿਨ ਆ ਗਿਆ। ਮੈਨੂੰ ਮੇਰੇ ਮਾਤਾ-ਪਿਤਾ ਦੀ ਇੱਥੇ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ ਸੀ, ਪਰ ਅਚਾਨਕ ਕਹਾਣੀ ਵਿੱਚ ਇੱਕ ਨਵਾਂ ਮੋੜ ਆ ਗਿਆ ਕਿ ਮੇਰਾ ਵਿਆਹ ਰੋਕ ਦਿੱਤਾ ਗਿਆ ਅਤੇ ਮੈਨੂੰ ਆਪਣੀ ਮਾਂ ਤੋਂ ਸਵਾਲ ਕਰਨ ਲਈ ਮਜਬੂਰ ਕੀਤਾ ਗਿਆ। ਮੇਰੀ ਮਾਂ ਉਸੇ ਕੁਰਸੀਆਂ ਤੇ ਬੈਠੀ ਹੋਈ ਸੀ। ਉਹ ਪਾਗਲ ਬੰਦਾ ਜਾ ਕੇ ਮੇਰੀ ਮਾਂ ਦੇ ਪੈਰੀ ਬੈਠ ਗਿਆ ਤੇ ਕਹਿਣ ਲੱਗਾ, ਤੁਸੀਂ ਕਿੰਨਾ ਇੰਤਜ਼ਾਰ ਕਰਵਾਇਆ ਹੈ, ਇੰਨੇ ਸਾਲ ਹੋ ਗਏ ਕਿ ਤੁਸੀਂ ਹੁਣ ਵਾਪਸ ਆਏ ਹੋ। ਮੈਂ ਸੋਚਿਆ ਕਿ ਮੰਮੀ ਹੁਣ ਉਸ ਨੂੰ ਪਿੱਛੇ ਕਰੇਗੀ ਕਿਉਂਕਿ ਮੇਰੀ ਮੰਮੀ ਉਸ ਨੂੰ ਜਾਣਦੀ ਵੀ ਨਹੀਂ ਸੀ, ਪਰ ਮੈਂ ਹੈਰਾਨ ਹੋ ਗਈ ਕਿ ਮਾਂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਖੜਾ ਕੀਤਾ ਅਤੇ ਬੁਰੀ ਤਰ੍ਹਾਂ ਰੋਣ ਲੱਗ ਪਈ ਅਤੇ ਮਾਫੀ ਮੰਗਣ ਲੱਗੀ। ਮੈਂ ਕਿਹਾ, ਮੰਮੀ ਹੁਣ ਤਾਂ ਮੇਰੇ ਸਬਰ ਦੀ ਹੱਦ ਹੋ ਗਈ ਹੈ, ਮੈਨੂੰ ਦੱਸੋ ਇਹ ਸਭ ਕੀ ਹੋ ਰਿਹਾ ਹੈ। ਉਸ ਬੁੱਢੀ ਔਰਤ ਨੇ ਕਿਹਾ, ਮੈਂ ਤੁਹਾਨੂੰ ਦੱਸਾਂਗੀ ਇਹ ਸਭ ਕੀ ਹੈ। ਤੇਰੀ ਮਾਂ ਤੇ ਮੇਰਾ ਪੁੱਤਰ ਇੱਕ ਦੂਜੇ ਨੂੰ ਪਸੰਦ ਕਰਦੇ ਸਨ, ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਅਸਲ ਵਿੱਚ ਮੇਰੀ ਛੋਟੀ ਧੀ ਤੇਰੀ ਮਾਂ ਦੀ ਸਹੇਲੀ ਸੀ ਤੇ ਉਹਦੇ ਰਾਹੀਂ ਸਾਡੇ ਘਰ ਆਈ ਸੀ। ਮੇਰੇ ਬੇਟੇ ਨੇ ਇਸ ਨੂੰ ਦੇਖਿਆ ਤੇ ਹਰ ਸਮੇਂ ਇਸ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਵੀ ਵਿਆਹ ਦੀ ਗੱਲ ਆਉਂਦੀ ਸੀ ਤਾਂ ਉਹ ਸਾਫ਼ ਕਹਿ ਦਿੰਦਾ ਸੀ ਕਿ ਮੈਂ ਉਸ ਨਾਲ ਹੀ ਵਿਆਹ ਕਰਾਂਗਾ। ਹਾਲਾਂਕਿ ਅਸੀਂ ਜਾਣਦੇ ਸੀ ਕਿ ਇਹ ਅਸੰਭਵ ਸੀ ਕਿਉਂਕਿ ਤੁਹਾਡੀ ਮਾਂ ਤੇ ਸਾਡੇ ਵੱਖ-ਵੱਖ ਭਾਈਚਾਰੇ ਸਨ ਅਤੇ ਉਹ ਆਪਣੇ ਭਾਈਚਾਰੇ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੁੰਦੇ। ਇਸੇ ਲਈ ਅਸੀਂ ਉਸ ਦੇ ਕਹਿਣ ਤੇ ਤੇਰੀ ਮਾਂ ਦਾ ਰਿਸ਼ਤਾ ਲੈਣ ਘਰ ਚਲੇ ਗਏ। ਅਸੀਂ ਆਮ ਲੋਕ ਨਹੀਂ ਸੀ, ਅਸੀਂ ਖਾਂਦੇ ਪੀਂਦੇ ਘਰ ਦੇ ਲੋਕ ਸੀ। ਇਸ ਦੇ ਬਾਵਜੂਦ ਤੁਹਾਡੇ ਨਾਨਾ ਜੀ ਨੇ ਸਾਨੂੰ ਸਾਰਿਆਂ ਨੂੰ ਬਹੁਤ ਜਲੀਲ ਕੀਤਾ ਅਤੇ ਸਾਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਕਿ ਸਾਡੀ ਕੁੜੀ ਲਈ ਰਿਸ਼ਤਾ ਕਿਵੇਂ ਲੈ ਕੇ ਆਏ। ਫਿਰ ਤੇਰੀ ਮਾਂ ਨੇ ਵੀ ਫੋਨ ਕਰਕੇ ਮਨਾ ਕਰ ਦਿੱਤਾ, ਕਹਿਣ ਲੱਗੀ ਮੇਰੇ ਪਿਤਾ ਨੇ ਮੇਰਾ ਵਿਆਹ ਤੈਅ ਕਰ ਦਿੱਤਾ ਹੈ ਅਤੇ ਮੈਨੂੰ ਉੱਥੇ ਹੀ ਵਿਆਹ ਕਰਵਾਉਣਾ ਪਵੇਗਾ। ਤੇਰੀ ਮਾਂ ਵਿਆਹ ਕਰਵਾ ਕੇ ਆਪਣੇ ਨਸ਼ੇੜੀ ਪਤੀ ਨਾਲ ਚਲੀ ਗਈ, ਪਰ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਹੋ ਗਈ। ਉਹ ਮਜਨੂ ਬਣ ਕੇ ਇਸ ਹਾਲ ਵਿੱਚ ਪਹੁੰਚ ਗਿਆ। ਤੁਸੀਂ ਦੇਖ ਸਕਦੇ ਹੋ ਕਿ ਉਹ ਅਜੇ ਵੀ ਸਿਰਫ ਇਸ ਨੂੰ ਹੀ ਪਛਾਣਦਾ ਹੈ ਅਤੇ ਕਿਵੇਂ ਆਉਂਦਿਆਂ ਹੀ ਉਸਦੇ ਪੈਰਾਂ ਕੋਲ ਬੈਠ ਗਿਆ। ਉਹ ਵਿਅਕਤੀ ਜੋ ਪਿਤਾ ਤੋਂ ਮੈਨੂੰ ਆਪਣੇ ਭਰਾ ਲਈ ਖਰੀਦ ਕੇ ਲੈ ਕੇ ਆਇਆ ਸੀ, ਉਸ ਨੇ ਕਿਹਾ, ਮੈਂ ਤਾਂ ਤੁਹਾਡੀ ਮਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ, ਉਸ ਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਜੇ ਕੋਈ ਆਪਣਾ ਵਿਛੜ ਜਾਵੇ ਤਾਂ ਦਿਲ ਤੇ ਕੀ ਬੀਤਦੀ ਹੈ। ਮੈਂ ਜਾਣਦਾ ਹਾਂ ਕਿ ਮੈਂ ਬਦਲੇ ਦੀ ਇਸ ਅੱਗ ਵਿੱਚ ਬਹੁਤ ਅੱਗੇ ਨਿਕਲ ਗਿਆ ਸੀ ਕਿ ਮੈਂ ਤੁਹਾਡੇ ਦੋਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ। ਮੇਰੀ ਮਾਂ ਮੈਨੂੰ ਸਮਝਾਉਂਦੀ ਰਹੀ ਪਰ ਮੈਂ ਉਸ ਦੀ ਗੱਲ ਨਹੀਂ ਸੁਣੀ। ਪਰ ਮੇਰੇ ਭਰਾ ਦੀ ਇਸ ਹਾਲਤ ਲਈ ਜ਼ਿੰਮੇਵਾਰ ਸਿਰਫ ਤੇਰੀ ਮਾਂ ਹੈ ਜੋ ਉਸ ਨੂੰ ਛੱਡ ਕੇ ਚਲੀ ਗਈ ਸੀ। ਇਸ ਲਈ ਮੈਂ ਗੁੱਸੇ ਨਾਲ ਪਾਗਲ ਹੋ ਗਿਆ
ਅਤੇ ਉਹ ਸਭ ਕੁਝ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਮੇਰੀ ਮਾਂ ਰੋਣ ਲੱਗ ਪਈ ਤੇ ਕਹਿਣ ਲੱਗੀ, ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕੀਤਾ, ਮੈਨੂੰ ਮੇਰੇ ਪਰਿਵਾਰ ਨੇ ਮਜਬੂਰ ਕੀਤਾ ਸੀ। ਪਾਪਾ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਦੀ ਮਰਜ਼ੀ ਮੁਤਾਬਕ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਲਈ ਆਪਣੇ ਪਿਆਰ ਦੀ ਜਾਨ ਬਚਾਉਣ ਲਈ ਮੈਂ ਚੁੱਪ ਰਹੀ। ਜੋ ਮੇਰੇ ਪਿਤਾ ਨੇ ਕਿਹਾ ਉਹੀ ਕੀਤਾ। ਕਿਸਮਤ ਨੇ ਵੀ ਮੇਰਾ ਕੁਝ ਚੰਗਾ ਨਹੀਂ ਕੀਤਾ। ਮੈਂ ਇੱਕ ਨਸ਼ੇੜੀ ਪਤੀ ਨਾਲ ਵੱਜ ਗਈ, ਜਿਸ ਕਾਰਨ ਮੈਂ ਨਾ ਅੱਗੇ ਹਾਂ ਅਤੇ ਨਾ ਹੀ ਪਿੱਛੇ। ਇਸ ਸਾਰੀ ਖੇਡ ਵਿੱਚ ਮੈਨੂੰ ਸਿਰਫ ਇੱਕ ਹੀ ਚੀਜ਼ ਪਸੰਦ ਆਈ, ਉਹ ਸੀ ਉਸ ਦਾ ਪਾਗਲਪਨ। ਆਪਣੀ ਮਾਂ ਨੂੰ ਦੇਖਦਿਆਂ ਹੀ ਉਹ ਕਿਤੇ ਦੂਰ ਚਲਾ ਗਿਆ। ਜਾਪਦਾ ਸੀ ਉਸ ਦਾ ਹੱਥ ਫੜ ਕੇ ਉਹ ਮੁੜ ਆਪਣੀਆਂ ਪੁਰਾਣੀਆਂ ਗੱਲਾਂ ਦੁਹਰਾ ਰਿਹਾ ਸੀ। ਹੁਣ ਫੈਸਲਾ ਲੈਣ ਦੀ ਮੇਰੀ ਵਾਰੀ ਸੀ ਅਤੇ ਮੈਨੂੰ ਪਤਾ ਸੀ ਕਿ ਮੇਰੀ ਮਾਂ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ, ਪਰ ਮੈਂ ਆਪਣੀ ਮਾਂ ਨੂੰ ਆਪਣੇ ਪਹਿਲੇ ਪਤੀ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ। ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿਓ ਅਤੇ ਆਪਣੇ ਪਿਆਰ ਕੋਲ ਵਾਪਸ ਚਲੇ ਜਾਓ। ਆਪਣੇ ਪਿਆਰ ਨਾਲ ਵਿਆਹ ਕਰੋ ਤਾਂ ਕਿ ਉਹ ਪਹਿਲਾਂ ਵਰਗਾ ਹੋ ਸਕੇ, ਕਿਉਂਕਿ ਮੈਂ ਜਾਣਦੀ ਸੀ ਕਿ ਸਿਰਫ ਮੇਰੀ ਮਾਂ ਦਾ ਪਿਆਰ ਹੀ ਉਸ ਨੂੰ ਠੀਕ ਕਰ ਸਕਦਾ ਹੈ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰੇ ਪਿਤਾ ਕਦੇ ਵੀ ਨਹੀਂ ਸੁਧਰ ਸਕਦੇ। ਮੇਰੀ ਮਾਂ ਨੂੰ ਉਸ ਤੋਂ ਪਹਿਲਾਂ ਹੀ ਤਲਾਕ ਲੈ ਲੈਣਾ ਚਾਹੀਦਾ ਸੀ, ਪਰ ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਇਸ ਲਈ ਮੈਂ ਆਪਣੀ ਮਾਂ ਦੇ ਹਰ ਫੈਸਲੇ ਅਤੇ ਹਰ ਕਦਮ ਵਿੱਚ ਸਾਥ ਦਿੱਤਾ ਅਤੇ ਅੱਜ ਇੰਨੇ ਸਾਲਾਂ ਬਾਅਦ ਅਸੀਂ ਭੈਣ ਭਰਾ ਸਫਲ ਹਾਂ। ਇਸ ਲਈ ਇਸ ਦਾ ਸਾਰਾ ਸਿਹਰਾ ਸਾਡੇ ਮਤਰੇਏ ਪਿਤਾ ਨੂੰ ਜਾਂਦਾ ਹੈ, ਜੋ ਸਾਡੇ ਲਈ ਸਾਡੇ ਅਸਲੀ ਪਿਤਾ ਨਾਲੋਂ ਬਿਹਤਰ ਸਾਬਤ ਹੋਇਆ। ਮੇਰੀ ਮਾਂ ਦੇ ਪਿਆਰ ਨੇ ਆਖਰਕਾਰ ਉਸ ਨੂੰ ਠੀਕ ਕਰ ਦਿੱਤਾ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਜ਼ਰੂਰ ਦਬਾਇਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।